ਮੇਰਾ ਨਾਮ ਮਨਪ੍ਰੀਤ ਹੈ ਅਤੇ ਮੇਰੀ ਛੋਟੀ ਭੈਣ ਦਾ ਨਾਮ ਜਸ਼ਨ ਹੈ। ਮੇਰੀ ਮਾਮੀ ਦੀ ਮੌਤ ਤੋਂ ਬਾਅਦ ਮੇਰੀ ਮਾਮੀ ਦੀ ਇਕਲੌਤੀ ਧੀ ਵੀ ਸਾਡੇ ਘਰ ਰਹਿੰਦੀ ਸੀ। ਸਾਡਾ ਕੋਈ ਭਰਾ ਨਹੀਂ ਸੀ, ਨਾ ਕੋਈ ਰਿਸ਼ਤੇਦਾਰ ਸੀ, ਪਰ ਅਸੀਂ ਦੋਵੇਂ ਭੈਣਾਂ ਇੱਕੋ ਜਿਹੀਆਂ ਲੱਗਦੀਆਂ ਸੀ। ਸਾਡਾ ਕੱਦ ਵੀ ਸਮਾਨ ਸੀ। ਲੋਕ ਸਾਨੂੰ ਦੋਵਾਂ ਨੂੰ ਪਛਾਣ ਵੀ ਨਹੀਂ ਸਕਦੇ ਸਨ। ਅਤੇ ਮਨਪ੍ਰੀਤ ਕੌਣ ਹੈ ਅਤੇ ਜਸ਼ਨ ਕੌਣ ਹੈ? ਮੇਰੇ ਮੱਥੇ ਤੇ ਸਿਰਫ ਇੱਕ ਦਾਗ ਹੈ ਜੋ ਮੇਰੇ ਬਚਪਨ ਵਿੱਚ ਡਿੱਗਣ ਕਾਰਨ ਪੈ ਗਿਆ ਸੀ। ਇਹ ਇੱਕੋ ਇੱਕ ਨਿਸ਼ਾਨੀ ਸੀ ਜਿਸ ਨੇ ਸਾਨੂੰ ਦੋਵਾਂ ਭੈਣਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ। ਅਸੀਂ ਬਹੁਤ ਇੱਜ਼ਤਦਾਰ ਲੋਕ ਸੀ। ਸਾਰੇ ਮੇਰੇ ਪਿਤਾ ਦੀ ਇੱਜ਼ਤ ਕਰਦੇ ਸਨ। ਮੇਰੀ ਛੋਟੀ ਭੈਣ ਜਸ਼ਨ ਬਹੁਤ ਜਿੱਦੀ ਸੀ। ਉਸ ਨੂੰ ਸਹੀ ਗਲਤ ਦਾ ਬਿਲਕੁਲ ਵੀ ਪਤਾ ਨਹੀਂ ਸੀ। ਜਦੋਂ ਮੈਂ 21 ਸਾਲ ਦੀ ਹੋਈ ਤਾਂ ਮੇਰਾ ਵਿਆਹ ਤੈਅ ਹੋ ਗਿਆ। ਲੜਕੇ ਦਾ ਨਾਮ ਰਮਨ ਸੀ। ਮੈਂ ਉਸ ਨੂੰ ਨਹੀਂ ਦੇਖਿਆ, ਪਰ ਉਸ ਨੇ ਮੇਰੀ ਝਲਕ ਜ਼ਰੂਰ ਪਾਈ। ਘਰ ਵਿੱਚ ਮੇਰੇ ਵਿਆਹ ਦੀਆਂ ਤਿਆਰੀਆਂ ਬੜੀ ਧੂਮ-ਧਾਮ ਨਾਲ ਚੱਲ ਰਹੀਆਂ ਸਨ। ਇਹ ਸਾਡੇ ਪਰਿਵਾਰ ਦਾ ਪਹਿਲਾ ਵਿਆਹ ਸੀ। ਸਾਰੇ ਬਹੁਤ ਖੁਸ਼ ਸਨ ਅਤੇ ਅੱਜ ਮਹਿਮਾਨਾਂ ਦੀ ਭੀੜ ਜ਼ਿਆਦਾ ਸੀ ਕਿਉਂਕਿ ਅੱਜ ਮੇਰਾ ਵਿਆਹ ਸੀ। ਜਦੋਂ ਮੇਰੀ ਛੋਟੀ ਭੈਣ ਤਿਆਰ ਹੋ ਕੇ ਆਈ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਤਾਂ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਹੈਰਾਨ ਸੀ। ਉਸ ਦਾ ਪੇਟ ਮੈਨੂੰ ਥੋੜਾ ਜਿਹਾ ਫੁੱਲਿਆ ਹੋਇਆ ਜਾਪਦਾ ਸੀ। ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਮੇਰੀ ਭੈਣ ਇੱਕ ਬਹੁਤ ਹੀ ਪਤਲੀ 15 ਸਾਲ ਦੀ ਕੁਆਰੀ ਕੁੜੀ ਸੀ। ਉਸ ਦਾ ਪੇਟ ਇਸ ਤਰ੍ਹਾਂ ਕਦੇ ਨਹੀਂ ਸੁੱਜਿਆ। ਉਸ ਦਾ ਫੁੱਲਿਆ ਹੋਇਆ ਪੇਟ ਦੇਖ ਕੇ ਮੇਰੇ ਮਨ ਵਿੱਚ ਬਹੁਤ ਅਜੀਬ ਖਿਆਲ ਆ ਰਹੇ ਸੀ, ਪਰ ਮੈਂ ਉਸ ਨੂੰ ਆਪਣੀ ਭੈਣ, ਛੋਟੀ ਭੈਣ ਸਮਝ ਕੇ ਛੱਡ ਦਿੱਤਾ ਅਤੇ ਆਪਣੇ ਵਿਆਹ ਦਾ ਆਨੰਦ ਲੈਣ ਲੱਗੀ। ਮੈਂ ਆਪਣੇ ਵਿਆਹ ਦੀ ਖੁਸ਼ੀ ਵਿੱਚ ਇਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਅਤੇ ਮੇਰਾ ਵਿਆਹ ਹੋ ਗਿਆ। ਮੈਂ ਦੁਲਹਨ ਬਣ ਕੇ ਸਹੁਰੇ ਆ ਗਈ। ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਵਿਆਹ ਦੀ ਪਹਿਲੀ ਰਾਤ ਨੂੰ ਤੂੰ ਆਪਣੇ ਪਤੀ ਨੂੰ ਬੇਨਤੀਆਂ ਕਰ ਲੈ, ਕੋਈ ਗੱਲ ਪੱਕੀ ਕਰ ਲੈ, ਕਿਉਂਕਿ ਮੇਰੀ ਮਾਂ ਬਾਬੇ ਤੇ ਬਹੁਤ ਵਿਸ਼ਵਾਸ ਕਰਦੀ ਸੀ। ਉਸ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਧੀ ਸਾਰੀ ਉਮਰ ਖੁਸ਼ ਰਹੇ ਤਾਂ ਆਪਣੀ ਧੀ ਨੂੰ ਦੱਸੋ, ਯਕੀਨੀ ਬਣਾਓ ਕਿ ਤੁਸੀਂ ਪਹਿਲੇ ਦਿਨ ਹੀ ਆਪਣੇ ਪਤੀ ਨੂੰ ਕਿਸੇ ਗੱਲ ਲਈ ਰਾਜ਼ੀ ਕਰ ਲਓ। ਇਹ ਸਭ ਸੁਣ ਕੇ ਮੈਨੂੰ ਬਹੁਤ ਅਜੀਬ ਮਹਿਸੂਸ ਹੋ ਰਿਹਾ ਸੀ। ਮੈਂ ਇੱਕ ਦੁਲਹਨ ਬਣ ਕੇ ਬੈਠੀ ਸੀ ਅਤੇ ਸੋਚ ਰਹੀ ਸੀ ਕਿ ਪਹਿਲੀ ਰਾਤ ਮੈਂ ਉਸ ਨੂੰ ਕੀ ਕਹਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਦੋਂ ਹੀ ਮੇਰਾ ਪਤੀ ਰਮਨ ਕਮਰੇ ਵਿੱਚ ਦਾਖਲ ਹੋਇਆ ਅਤੇ ਮੇਰਾ ਘੁੰਡ ਚੱਕਣ ਲਈ ਆਪਣਾ ਹੱਥ ਵਧਾ ਦਿੱਤਾ। ਉਦੋਂ ਮੈਂ ਉਲਝਣ ਵਿੱਚ ਪੈ ਗਈ ਸੀ ਕਿ ਅਚਾਨਕ ਮੈਂ ਉਸ ਨੂੰ ਰੋਕਿਆ ਅਤੇ ਕਿਹਾ, ਅਮਨ, ਰਮਨ, ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਉਸ ਨੇ ਕਿਹਾ ਕਿ ਹਾਂ, ਮੈਂ ਤੁਹਾਡੀ ਹਰ ਗੱਲ ਮੰਨ ਲਵਾਂਗਾ। ਪਹਿਲਾਂ ਮੈਨੂੰ ਤੁਹਾਡਾ ਚਿਹਰਾ ਦੇਖਣ ਦਿਓ। ਅਸਲ ਵਿੱਚ ਮੈਂ ਤੁਹਾਨੂੰ ਦੱਸਣਾ ਕਿ ਅੱਜ ਤੁਸੀਂ ਮੇਰਾ ਚਿਹਰਾ ਨਹੀਂ ਦੇਖ ਸਕਦੇ ਕਿਉਂਕਿ ਇੱਕ ਜਾਣੇ ਪਹਿਚਾਣੇ ਬਾਬਾ ਹਨ। ਉਸ ਨੇ ਇਨਕਾਰ ਕਰ ਦਿੱਤਾ ਹੈ। ਮੇਰੀ ਮਾਂ ਉਸ ਦੀ ਬਹੁਤ ਇੱਜ਼ਤ ਕਰਦੀ ਹੈ ਅਤੇ ਉਸ ਨੇ ਕਿਹਾ ਕਿ ਅੱਜ ਤੇਰੇ ਪਤੀ ਨੇ ਤੇਰਾ ਚਿਹਰਾ ਦੇਖਿਆ ਤਾਂ ਕੁਝ ਬੁਰਾ ਹੋ ਜਾਵੇਗਾ। ਉਸ ਸਮੇਂ ਮੇਰੇ ਦਿਮਾਗ ਵਿੱਚ ਹੋਰ ਕੁਝ ਨਹੀਂ ਆਇਆ। ਇਸ ਲਈ ਮੈਂ ਡਰਦੇ ਹੋਏ ਕਿਹਾ, ਰਮਨ ਨੇ ਕਿਹਾ, ਇਹ ਸਭ ਬੇਕਾਰ ਗੱਲਾਂ ਹਨ। ਲਾੜੇ ਨਾਲ ਇਹ ਬਹੁਤ ਵੱਡੀ ਬੇਈਮਾਨੀ ਹੋਵੇਗੀ ਜੇਕਰ ਵਿਆਹ ਦੀ ਪਹਿਲੀ ਰਾਤ ਲਾੜੀ ਉਸ ਨੂੰ ਆਪਣਾ ਮੂੰਹ ਨਾ ਦਿਖਾਊ। ਮੇਰੇ ਦਿਲ ਵਿੱਚ ਮੈਨੂੰ ਮੰਮੀ ਡੈਡੀ ਤੇ ਬਹੁਤ ਗੁੱਸਾ ਆ ਰਿਹਾ ਸੀ।
ਉਸ ਦੀ ਬਕਵਾਸ ਦਾ ਸ਼ਿਕਾਰ ਹੋ ਕੇ ਮੈਂ ਕੀ ਕੀਤਾ ਸੀ। ਇਸ ਗੱਲ ਤੇ ਰਮਨ ਦਾ ਮੂਡ ਬਹੁਤ ਖਰਾਬ ਹੋ ਗਿਆ, ਪਰ ਮੈਂ ਬੜੀ ਮੁਸ਼ਕਿਲ ਨਾਲ ਉਸ ਨੂੰ ਕੱਲ ਤੱਕ ਉੱਥੇ ਜਾਣ ਲਈ ਮਨਾ ਲਿਆ। ਮੈਂ ਬਹੁਤ ਖੁਸ਼ ਸੀ ਕਿ ਮੇਰੀ ਗੱਲ ਸੁਣ ਲਈ ਅਤੇ ਫਿਰ ਮੈਂ ਆਪਣੇ ਆਪ ਨੂੰ ਰਮਨ ਨੂੰ ਸਮਰਪਣ ਕਰ ਦਿੱਤਾ। ਰਮਨ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਮੈਨੂੰ ਵੀ ਬਹੁਤ ਰਾਹਤ ਮਿਲੀ। ਅਗਲੇ ਦਿਨ ਰਸਮ ਅਨੁਸਾਰ ਮੈਂ ਆਪਣੇ ਘਰ ਆ ਗਈ। ਸਾਰੇ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ, ਪਰ ਮੇਰੀ ਛੋਟੀ ਭੈਣ ਬਹੁਤ ਚਿੰਤਿਤ ਨਜ਼ਰ ਆ ਰਹੀ ਸੀ। ਮੈਂ ਜਸ਼ਨ ਨੂੰ ਕਾਰਨ ਪੁੱਛਿਆ। ਪਹਿਲਾਂ ਤਾਂ ਉਹ ਝਿਜਕ ਰਹੀ ਸੀ, ਪਰ ਜਦੋਂ ਮੈਂ ਬਹੁਤ ਜ਼ੋਰ ਪਾਇਆ ਤਾਂ ਉਹ ਰੋਣ ਲੱਗ ਪਈ ਅਤੇ ਜੋ ਉਸਨੇ ਮੈਨੂੰ ਦੱਸਿਆ ਉਸ ਨੂੰ ਸੁਣ ਕੇ ਮੇਰਾ ਦਿਲ ਕੰਬ ਗਿਆ। ਆਪਣੇ ਆਪ ਤੇ ਕਾਬੂ ਕੀਤੇ ਬਿਨਾਂ ਮੈਂ ਆਪਣੇ ਦਿਲ ਤੇ ਹੱਥ ਰੱਖਿਆ। ਜਸ਼ਨ ਕਹਿ ਰਹੀ ਸੀ ਕਿ ਉਸ ਨੇ ਬਹੁਤ ਵੱਡਾ ਪਾਪ ਕੀਤਾ ਹੈ। ਉਹ ਮਾਂ ਬਣਨ ਜਾ ਰਹੀ ਹੈ। ਉਸ ਨੂੰ ਇੱਕ ਲੜਕੇ ਨਾਲ ਪਿਆਰ ਸੀ। ਉਸ ਲੜਕੇ ਨੇ ਉਸ ਨੂੰ ਪਿਆਰ ਦਾ ਝਾਂਸਾ ਦੇ ਕੇ ਉਸ ਦੀ ਇੱਜ਼ਤ ਬਰਬਾਦ ਕਰ ਦਿੱਤੀ ਸੀ ਅਤੇ ਭੈਣ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰੀ ਛੋਟੀ ਭੈਣ ਇਹ ਕਿਵੇਂ ਕਰ ਸਕਦੀ ਹੈ? ਉਹ ਇਸ ਹੱਦ ਤੱਕ ਕਿਵੇਂ ਜਾ ਸਕਦੀ ਹੈ? ਅਤੇ ਇੰਨੀ ਵੱਡੀ ਗੱਲ ਹੋਣ ਤੋਂ ਬਾਅਦ ਵੀ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਹੋਸ਼ ਵਿੱਚ ਹੋ? ਤੁਸੀਂ ਆਪਣੀ ਉਮਰ ਦੇਖੀ ਹੈ ਅਤੇ ਇਸ ਉਮਰ ਵਿੱਚ ਤੁਸੀਂ ਇਸ ਹੱਦ ਤੱਕ ਚਲੇ ਗਏ ਹੋ। ਉਹ ਬੇਸ਼ਰਮ ਮੁੰਡਾ ਕੌਣ ਸੀ ਜਿਸ ਨੇ ਤੇਰਾ ਮੂੰਹ ਕਾਲਾ ਕਰ ਦਿੱਤਾ? ਤੈਨੂੰ ਆਪਣੀ ਉਮਰ ਦੀ ਸ਼ਰਮ ਨਹੀਂ ਆਈ? ਗਰੀਬ ਮਾਪੇ ਇਹ ਸਦਮਾ ਕਿਵੇਂ ਝੱਲ ਸਕਣਗੇ? ਮੈਂ ਇੱਕ ਵਾਰ ਵਿੱਚ ਬਹੁਤ ਸਾਰੇ ਸਵਾਲ ਪੁੱਛੇ। ਮੈਂ ਇੱਕ ਵੱਡੀ ਗਲਤੀ ਕੀਤੀ ਹੈ। ਅਸਲ ਵਿੱਚ ਮੈਂ ਇੱਕ ਵੱਡਾ ਪਾਪ ਕੀਤਾ ਹੈ। ਮੈਂ ਸਭ ਨੂੰ ਕੀ ਦੱਸਾਂ? ਮੰਮੀ ਅਤੇ ਡੈਡੀ, ਮੈਂ ਛੋਟੀ ਉਮਰ ਵਿੱਚ ਆਪਣੇ ਆਪ ਨੂੰ ਬਰਬਾਦ ਕਰ ਲਿਆ। ਮੈਨੂੰ ਉਸ ਸਮੇਂ ਕੁਝ ਸਮਝ ਨਹੀਂ ਆਇਆ। ਮੇਰੇ ਸਿਰ ਤੇ ਪਿਆਰ ਦਾ ਭੂਤ ਚੜਿਆ ਹੋਇਆ ਸੀ, ਪਰ ਮੈਨੂੰ ਪਤਾ ਨਹੀਂ ਸੀ ਉਹ ਵਾਸਨਾ ਦਾ ਪੁਜਾਰੀ ਨਿਕਲਿਆ। ਹੁਣ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ। ਇਸ ਤੋਂ ਪਹਿਲਾਂ ਕਿ ਸਾਰਿਆਂ ਨੂੰ ਕੁਝ ਪਤਾ ਲੱਗੇ, ਮੈਂ ਜ਼ਰੂਰ ਮਰ ਜਾਵਾਂਗੀ। ਜਸ਼ਨ ਉਸ ਅੰਦਾਜ਼ ਵਿੱਚ ਪਾਗਲਾਂ ਵਾਂਗ ਗੱਲ ਕਰ ਰਹੀ ਸੀ। ਮੈਨੂੰ ਪਤਾ ਸੀ ਕਿ ਬਰਬਾਦੀ ਅਤੇ ਸ਼ਰਮ ਹੁਣ ਸਾਡੇ ਘਰ ਦਾ ਰਾਸਤਾ ਲੱਭ ਚੁੱਕੀ ਹੈ। ਕਿਸੇ ਵੀ ਹਾਲਤ ਵਿੱਚ ਕੁਝ ਗਲਤ ਹੋਣ ਲਈ ਪਾਬੰਦ ਸੀ। ਜਸ਼ਨ ਨੇ ਆਪਣੇ ਆਪ ਨੂੰ ਮਾਰ ਲਿਆ ਹੁੰਦਾ ਜਾਂ ਮੰਮੀ ਡੈਡੀ ਨੂੰ ਕੁਝ ਪਤਾ ਲੱਗ ਜਾਂਦਾ ਤਾਂ ਉਹ ਵੀ ਜਿਉਂਦੇ ਜੀ ਮਰ ਜਾਂਦੇ। ਮੇਰਾ ਸਿਰ ਘੁੰਮ ਰਿਹਾ ਸੀ। ਜਸ਼ਨ ਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੇਰਾ ਪਤੀ ਮੈਨੂੰ ਬੁਲਾ ਰਿਹਾ ਸੀ। ਜੇ ਮੈਂ ਆਪਣੀ ਛੋਟੀ ਭੈਣ ਨੂੰ ਛੱਡ ਦਿੱਤਾ ਹੁੰਦਾ ਤਾਂ ਉਸਨੇ ਆਪਣੇ ਆਪ ਨੂੰ ਮਾਰ ਲੈਣਾ ਸੀ, ਕਿਉਂਕਿ ਮੈਨੂੰ ਉਸਦੇ ਇਰਾਦਿਆਂ ਦਾ ਪਤਾ ਸੀ। ਫਿਰ ਮੈਂ ਇਸ ਬਾਰੇ ਸੋਚਿਆ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਜਸ਼ਨ ਨੂੰ ਆਪਣਾ ਜੋੜਾ ਪਹਿਨਾਇਆ ਤੇ ਆਪਣੀ ਜੁੱਤੀ। ਜਸ਼ਨ ਨੂੰ ਸਮਝ ਨਹੀਂ ਆ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਇਹ ਚੰਗਾ ਮੌਕਾ ਹੈ, ਤੁਸੀਂ ਰਮਨ ਨਾਲ ਚੱਲੋ। ਜਸ਼ਨ ਬੋਲੀ, ਪਹਿਲਾਂ ਹੀ ਇੱਕ ਗਲਤੀ ਕੀਤੀ ਹੈ। ਭੈਣ ਅਜਿਹਾ ਹੋਰ ਨਹੀਂ ਕਰ ਸਕਦੀ। ਤੁਸੀਂ ਮੈਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਅਤੇ ਖੁਸ਼ੀ ਨਾਲ ਨਹੀਂ ਖੇਡ ਸਕਦੇ। ਤੁਹਾਨੂੰ ਵੀ ਖੁਸ਼ ਰਹਿਣ ਦਾ ਬਰਾਬਰ ਹੱਕ ਹੈ। ਭੈਣ ਜੀ, ਆਪਣੇ ਨਾਲ ਅਜਿਹਾ ਨਾ ਕਰੋ। ਮੈਨੂੰ ਮੇਰੇ ਕੀਤੇ ਦੀ ਸਜ਼ਾ ਭੁਗਤਣ ਦਿਓ। ਤੁਸੀਂ ਚੁੱਪਚਾਪ ਮੇਰੀ ਗੱਲ ਸੁਣਦੇ ਹੋ ਅਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੰਦੇ। ਸਾਡੇ ਕੋਲ ਸਮੇਂ ਦੀ ਬਹੁਤ ਕਮੀ ਹੈ। ਰਮਨ ਸਾਨੂੰ ਦੋਵਾਂ ਨੂੰ ਪਛਾਣ ਨਹੀਂ ਸਕਿਆ। ਵੈਸੇ ਵੀ ਉਸ ਨੇ ਪਹਿਲੀ ਰਾਤ ਮੇਰਾ ਚਿਹਰਾ ਨਹੀਂ ਦੇਖਿਆ।
ਉਸ ਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਨਾਲ ਵਿਆਹਿਆ ਹੈ ਜਾਂ ਤੁਹਾਡੇ ਨਾਲ। ਮੈਂ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੀਆਂ ਸਾਰੀਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਛੱਡ ਕੇ ਜਸ਼ਨ ਨੂੰ ਆਪਣੀ ਜਗ੍ਹਾ ਦੇਣ ਦਾ ਫੈਸਲਾ ਕੀਤਾ। ਪਰ ਜਸ਼ਨ ਨੇ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਮੈਂ ਤੁਹਾਡੇ ਪਤੀ ਨਾਲ ਵਿਆਹ ਤੋਂ ਬਿਨਾਂ ਕਿਵੇਂ ਰਹਿ ਸਕਦੀ ਹਾਂ? ਮੈਂ ਕਿਹਾ, ਆਪਣੀ ਬਕਵਾਸ ਬੰਦ ਕਰੋ। ਬਿਨਾਂ ਵਿਆਹ ਤੋਂ ਤੁਸੀਂ ਕਿਸੇ ਬੱਚੇ ਦੀ ਮਾਂ ਬਣ ਸਕਦੇ ਹੋ, ਆਪਣੇ ਮਾਪਿਆਂ ਦੀ ਇੱਜ਼ਤ ਖਰਾਬ ਕਰ ਸਕਦੇ ਹੋ। ਉਹ ਇਹ ਸਭ ਕਿਉਂ ਨਹੀਂ ਕਰ ਸਕਦੀ? ਜਿੰਨਾ ਮੈਂ ਆਪਣੇ ਗੁੱਸੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਸ਼ਨ ਮੈਨੂੰ ਓਨਾ ਹੀ ਗੁੱਸਾ ਦਿਲਾ ਰਹੀ ਸੀ। ਰਮਨ ਚੰਗਾ ਮੁੰਡਾ ਹੈ, ਪਰ ਉਸ ਦੇ ਪਰਿਵਾਰ ਮੈਂਬਰ ਤੁਹਾਨੂੰ ਪਹਿਚਾਨ ਨਾ ਸਕਣ। ਚੰਗਾ ਹੋਵੇਗਾ ਜੇ ਕੋਈ ਤੁਹਾਨੂੰ ਪਹਿਚਾਨ ਲਵੇ ਤਾਂ ਵੀ ਉਹ ਤੁਹਾਨੂੰ ਵਾਪਸ ਲੈ ਆਵੇਗੀ, ਅਤੇ ਫਿਰ ਸੰਭਵ ਹੈ ਕਿ ਸਾਰੇ ਮੈਨੂੰ ਗਲਤ ਸਮਝਣਗੇ ਅਤੇ ਤੁਹਾਨੂੰ ਬੇਕਸੂਰ ਸਮਝਣਗੇ। ਰਮਨ ਤੇਰੇ ਨਾਲ ਵਿਆਹ ਕਰਵਾਉਣ ਲਈ ਮਜਬੂਰ ਹੋਵੇਗਾ, ਭਾਵੇਂ ਤੁਸੀਂ ਵਿਆਹੇ ਨਹੀਂ ਹੋ। ਤੁਸੀਂ ਰਮਨ ਦਾ ਨਾਮ ਦੇ ਕੇ ਉਹ ਪਾਪ ਨੂੰ ਛੁਪਾ ਸਕਦੇ ਹੋ, ਠੀਕ ਹੈ? ਮੈਂ ਜਸ਼ਨ ਨੂੰ ਆਪਣੇ ਕੱਪੜੇ ਪਾਉਣ ਲਈ ਮਜਬੂਰ ਕੀਤਾ, ਉਸ ਨੂੰ ਸ਼ਾਂਤ ਕੀਤਾ ਅਤੇ ਉਸ ਨੂੰ ਰਮਨ ਦੇ ਨਾਲ ਭੇਜ ਦਿੱਤਾ, ਅਤੇ ਉਸ ਨੂੰ ਕਿਹਾ ਕਿ ਉਸ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਪਹਿਲੀ ਰਾਤ ਤੁਸੀਂ ਉਸ ਦੇ ਕਮਰੇ ਵਿੱਚ ਨਹੀਂ ਸੀ, ਪਰ ਮੈਂ ਸੀ। ਇਹ ਸਾਡੇ ਸਾਰਿਆਂ ਦੇ ਭਲੇ ਲਈ ਹੈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਸਮੇਂ ਮੇਰੇ ਕੋਲ ਸਿਰਫ ਇਹ ਹੀ ਤਰੀਕਾ ਸੀ। ਵੈਸੇ ਵੀ ਰਮਨ ਨੇ ਪਹਿਲੀ ਰਾਤ ਮੇਰਾ ਚਿਹਰਾ ਨਹੀਂ ਦੇਖਿਆ ਸੀ, ਇਸ ਲਈ ਉਸ ਨੂੰ ਪਤਾ ਨਹੀਂ ਸੀ ਕਿ ਉਹ ਪਹਿਲੀ ਰਾਤ ਉਸ ਦੇ ਨਾਲ ਸੀ ਜਾਂ ਜਸ਼ਨ। ਮੇਰੀ ਭੈਣ ਰਮਨ ਦੇ ਨਾਲ ਚਲੀ ਗਈ। ਮੈਂ ਲੰਬੇ ਸਮੇਂ ਤੱਕ ਆਪਣੀਆਂ ਇੱਛਾਵਾਂ ਅਤੇ ਸੁਪਨਿਆਂ ਲਈ ਸੋਗ ਕਰਦੀ ਰਹੀ। ਉਹ ਸਭ ਤੋਂ ਲੁਕ ਕੇ ਮੰਜੇ ਤੇ ਪੈ ਗਈ। ਇਸ ਸਭ ਨੇ ਕਾਫੀ ਰੌਲਾ ਪਾਇਆ, ਪਰ ਮੈਂ ਨਹੀਂ ਜਾਗੀ। ਸਾਰਿਆਂ ਨੇ ਸੋਚਿਆ ਕਿ ਉਹ ਥੱਕ ਗਈ ਹੈ ਅਤੇ ਸੋ ਗਈ ਹੈ। ਨੀਂਦ ਮੇਰੇ ਲਈ ਦਿਆਲੂ ਕਿਵੇਂ ਹੋ ਸਕਦੀ ਹੈ? ਨੀਂਦ ਸ਼ਾਇਦ ਮੇਰੇ ਤੋਂ ਬਹੁਤ ਦੂਰ ਚਲੀ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ। ਹਜ਼ਾਰਾਂ ਸੁਪਨੇ ਪੂਰੇ ਕਰੇ, ਪਰ ਰਮਨ ਦਾ ਸਾਥ ਛੁੱਟ ਗਿਆ ਸੀ। ਮੇਰੀ ਮਾਂ ਦੀਆਂ ਗੱਲਾਂ ਸਹੀ ਸਾਬਤ ਹੋਈਆਂ। ਭਾਵੇਂ ਮੈਂ ਰਮਨ ਨੂੰ ਆਪਣਾ ਚਿਹਰਾ ਨਹੀਂ ਦਿਖਾਇਆ ਸੀ, ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੀ ਮਾਂ ਜਸ਼ਨ ਦੇ ਇਸ ਬਦਲਾਵ ਤੋਂ ਅਣਜਾਣ ਸੀ। ਉਹ ਢਾਲ ਤੋਂ ਪਛਾਣ ਨਹੀਂ ਸਕੀ ਕਿ ਉਹ ਗਲਤ ਰਾਸਤੇ ਤੇ ਸੀ। ਜਸ਼ਨ ਉਸ ਲੜਕੇ ਨਾਲ ਇੰਨੇ ਸਪਸ਼ਟ ਅਤੇ ਗੁਪਤ ਰੂਪ ਵਿੱਚ ਮਿਲਦੀ ਰਹੀ, ਅਤੇ ਮੈਨੂੰ ਵੀ ਇਸ ਦਾ ਕੁਛ ਪਤਾ ਨਹੀਂ ਸੀ। ਮੈਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਮੈਂ ਸੂਲੀ ਤੇ ਟੰਗੀ ਹੋਈ ਸੀ। ਅੱਗੇ ਕੀ ਹੋਵੇਗਾ? ਕਿਸਮਤ ਦੋਵੇਂ ਭੈਣਾਂ ਦਾ ਕੀ ਕਰੇਗੀ? ਇਹ ਸਾਨੂੰ ਕਿੱਥੇ ਲੈ ਜਾਵੇਗੀ? ਅਜਿਹੇ ਕਈ ਸਵਾਲ ਮੇਰੇ ਮਨ ਵਿੱਚ ਘੁੰਮ ਰਹੇ ਸਨ। ਮੈਂ ਇਹ ਸਭ ਸੋਚ ਕੇ ਪਾਗਲ ਹੋ ਰਹੀ ਸੀ ਜੋ ਹੋਣ ਵਾਲਾ ਸੀ। ਉਸ ਨੂੰ ਯਾਦ ਕਰਕੇ ਡਰ ਵੱਧਦਾ ਜਾ ਰਿਹਾ ਸੀ। ਮੇਰਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ, ਅਤੇ ਫਿਰ ਬਾਹਰੋਂ ਰੌਲਾ ਆਉਣ ਲੱਗਾ। ਮੈਂ ਸਮਝ ਗਈ ਕਿ ਇਹ ਕਿਸ ਤਰ੍ਹਾਂ ਦਾ ਰੌਲਾ ਸੀ। ਕੁਝ ਜਾਣੀ ਪਹਿਚਾਣੀ ਆਵਾਜ਼ ਸੁਣ ਕੇ ਸਰਦੀਆਂ ਵਿੱਚ ਵੀ ਮੇਰੇ ਮੱਥੇ ਤੇ ਪਸੀਨਾ ਆ ਗਿਆ। ਫਿਰ ਅਚਾਨਕ ਮੰਮੀ ਅੰਦਰ ਆਈ ਅਤੇ ਮੇਰਾ ਕੰਬਲ ਖਿੱਚ ਕੇ ਹੇਠਾਂ ਸੁੱਟ ਦਿੱਤਾ। ਮੰਮੀ ਪੂਰੀ ਤਰ੍ਹਾਂ ਹੈਰਾਨ ਸੀ। ਉਸਨੇ ਮੈਨੂੰ ਪਹਿਲੀ ਨਜ਼ਰ ਹੀ ਪਹਿਚਾਨ ਲਿਆ ਸੀ। ਉਹ ਮੇਰੇ ਵੱਲ ਦੇਖ ਰਹੇ ਸੀ ਅਤੇ ਮੈਨੂੰ ਸਵਾਲ ਪੁੱਛ ਰਹੇ ਸੀ। ਮੈਂ ਚੁੱਪ ਹੀ ਰਹੀ। ਜਦੋਂ ਮੰਮੀ ਨੇ ਦੇਖਿਆ ਕਿ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਰਹੀ, ਤਾਂ ਉਹ ਮੈਨੂੰ ਖਿੱਚ ਕੇ ਬਾਹਰ ਲੈ ਗਏ, ਜਿੱਥੇ ਮੇਰੇ ਸਹੁਰੇ ਇਕੱਠੇ ਹੋਏ ਸਨ।
ਪਰ ਮੈਂ ਸੋਚਿਆ ਸੀ ਕਿ ਕੋਈ ਸਾਨੂੰ ਪਹਿਚਾਣ ਨਹੀਂ ਸਕੇਗਾ ਕਿਉਂਕਿ ਅਸੀਂ ਇੱਕੋ ਜਿਹੀਆਂ ਹੀ ਸੀ, ਪਰ ਇਹ ਮੇਰੀ ਗਲਤ ਧਾਰਨਾ ਸਾਬਤ ਹੋਈ। ਹਰ ਕੋਈ ਸਾਨੂੰ ਬਾਰ-ਬਾਰ ਸਵਾਲ ਪੁੱਛ ਰਿਹਾ ਸੀ। ਸਾਰਿਆਂ ਦੇ ਬੋਲ ਮੇਰੇ ਸੀਨੇ ਤੇ ਤੀਰਾਂ ਵਾਂਗ ਲੱਗ ਰਹੇ ਸੀ। ਦੋਸ਼ੀ ਨਾ ਹੋਣ ਦੇ ਬਾਵਜੂਦ ਵੀ ਮੈਂ ਇੱਕ ਅਪਰਾਧੀ ਮੰਨੀ ਗਈ ਅਤੇ ਮੇਰਾ ਗੁਨਾਹ ਇਹ ਸੀ ਕਿ ਮੈਂ ਆਪਣੀ ਭੈਣ ਨੂੰ ਬਦਨਾਮੀ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਸੀ। ਇਹਨਾਂ ਸਾਰਿਆਂ ਚੋਂ ਰਮਨ ਸਭ ਤੋਂ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਉਸ ਨੇ ਕਿਸ ਦੇ ਕਹਿਣ ਤੇ ਸੰਧੂਰ ਭਰਿਆ ਸੀ, ਕਿ ਇਹ ਹੈ ਕਿ ਮੈਂ ਹਾਂ ਜਾਂ ਮੇਰੀ ਭੈਣ, ਕਿਉਂਕਿ ਸਾਡੀਆਂ ਦੋਵਾਂ ਭੈਣਾਂ ਦੀਆਂ ਸ਼ਕਲਾਂ ਇੱਕੋ ਜਿਹੀਆਂ ਸੀ। ਜਦੋਂ ਕਿ ਮੇਰੇ ਸਹੁਰੇ ਇਸ ਗੱਲ ਨੂੰ ਲੈ ਕੇ ਲੜ ਰਹੇ ਸਨ ਕਿ ਉਹਨਾਂ ਨਾਲ ਧੋਖਾ ਹੋਇਆ ਹੈ, ਵੱਡੀ ਦਾ ਵਿਆਹ ਕਰਕੇ ਛੋਟੀ ਨੂੰ ਭੇਜ ਦਿੱਤਾ ਗਿਆ ਹੈ। ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ। ਉਹ ਕਿੰਨਾ ਚਿਰ ਚੁੱਪ ਰਹਿ ਸਕਦੇ ਸੀ। ਆਖਿਰ ਮੈਨੂੰ ਸਾਰੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦੇਣੇ ਪਏ। ਚੁੱਪ ਇਸ ਮਸਲੇ ਦਾ ਹੱਲ ਨਹੀਂ ਸੀ। ਸਾਰਿਆਂ ਦੀ ਇੱਜ਼ਤ ਬਚਾਉਣ ਲਈ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕੀਤਾ। ਮੈਂ ਰੋਂਦੇ ਹੋਏ ਕਿਹਾ, ਮੈਨੂੰ ਰਮਨ ਪਸੰਦ ਨਹੀਂ ਸੀ। ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਸੀ। ਡਰ ਕਾਰਨ ਮੰਮੀ ਡੈਡੀ ਨਾਲ ਇਸ ਬਾਰੇ ਗੱਲ ਨਹੀਂ ਕਰ ਸਕੀ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਮੇਰੀ ਗੱਲ ਨਹੀਂ ਸੁਣਨਗੇ। ਮੈਂ ਵਿਆਹ ਸਮੇਂ ਮਨਾ ਕਰਨਾ ਚਾਹੁੰਦੀ ਸੀ, ਪਰ ਪਿਤਾ ਜੀ ਨੂੰ ਸ਼ਰਮਿੰਦਾ ਕਰਨ ਬਾਰੇ ਸੋਚ ਕੇ ਮੈਂ ਚੁੱਪ ਰਹੀ। ਪਰ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਮੈਂ ਜਸ਼ਨ ਨੂੰ ਆਪਣੇ ਕੱਪੜੇ ਪਹਿਨਾਏ ਅਤੇ ਜ਼ਬਰਦਸਤੀ ਉਸ ਨੂੰ ਰਮਨ ਨਾਲ ਜਾਣ ਲਈ ਕਿਹਾ। ਦੂਜੇ ਪਾਸੇ ਮੈਂ ਉਸ ਨੂੰ ਧਮਕੀ ਵੀ ਦਿੱਤੀ ਕਿ ਮੈਂ ਆਤਮ ਹੱਤਿਆ ਕਰ ਲਵਾਂਗੀ। ਮੇਰੇ ਪਿਤਾ ਅਤੇ ਮਾਤਾ ਜੀ ਇਸ ਗੱਲ ਤੋਂ ਬਿਲਕੁਲ ਅਣਜਾਣ ਸਨ। ਉਹਨਾਂ ਨੂੰ ਕੁਝ ਪਤਾ ਨਹੀਂ ਸੀ। ਇਹ ਮੈਂ ਹੀ ਸੀ ਜਿਸਨੇ ਜਸ਼ਨ ਨੂੰ ਮਨਾ ਕੀਤਾ ਸੀ। ਇਸ ਵਿੱਚ ਜਸ਼ਨ ਦਾ ਕੋਈ ਕਸੂਰ ਨਹੀਂ ਅਤੇ ਨਾ ਹੀ ਮੇਰੇ ਮਾਤਾ ਪਿਤਾ ਨੂੰ ਪਤਾ ਸੀ ਕਿ ਮੈਂ ਕੁਝ ਝੂਠ ਬੋਲ ਰਹੀ ਹਾਂ। ਤੁਸੀਂ ਕੌਣ ਹੁੰਦੇ ਹੋ ਇਹ ਫੈਸਲਾ ਲੈਣ ਵਾਲੇ ਅਤੇ ਵਿਚਾਰ ਪੇਸ਼ ਕਰਨ ਵਾਲੇ? ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਇੱਕ ਮਜ਼ਾਕ ਹੈ? ਵਿਆਹ ਕੋਈ ਖੇਡ ਨਹੀਂ। ਇਹ ਤਾਂ ਤੁਸੀਂ ਜਾਣਦੇ ਹੋ। ਤੁਸੀਂ ਆਪਣੀ ਖਾਤਰ ਇੱਕ ਕੁਆਰੀ ਕੁੜੀ ਨੂੰ ਬਿਨਾਂ ਵਿਆਹ ਤੋਂ ਪਰਦੇਸੀ ਦੇ ਘਰ ਭੇਜ ਦਿੱਤਾ ਅਤੇ ਸਾਨੂੰ ਵੀ ਇੰਨੇ ਵੱਡੇ ਪਾਪ ਵਿੱਚ ਭਾਗੀਦਾਰ ਬਣਾਇਆ। ਕੀ ਤੁਸੀਂ ਜਾਣਦੇ ਹੋ ਇਹ ਕਿੰਨਾ ਵੱਡਾ ਪਾਪ ਹੈ? ਤੁਸੀਂ ਆਪਣੇ ਹਿੱਤਾਂ ਲਈ ਇੰਨਾ ਵੱਡਾ ਕਦਮ ਕਿਵੇਂ ਚੁੱਕ ਸਕਦੇ ਹੋ? ਤੁਸੀਂ ਇੰਨੇ ਸਵਾਰਥੀ ਕਿਵੇਂ ਹੋ ਸਕਦੇ ਹੋ ਕਿ ਤੁਸੀਂ ਆਪਣੇ ਫਾਇਦੇ ਲਈ ਆਪਣੀ ਭੈਣ ਨੂੰ ਨਹੀਂ ਬਖਸ਼ਿਆ? ਰਮਨ ਗੁੱਸੇ ਨਾਲ ਪਾਗਲ ਹੋ ਰਿਹਾ ਸੀ ਜਦੋਂ ਕਿ ਮੇਰੇ ਮਾਪੇ ਬਿਲਕੁਲ ਚੁੱਪ ਹੋ ਗਏ ਸਨ। ਇੰਜ ਜਾਪਦਾ ਸੀ ਜਿਵੇਂ ਉਹਨਾਂ ਨੂੰ ਸੱਪ ਹੀ ਸੁੰਘ ਗਿਆ ਹੋਵੇ। ਮੈਨੂੰ ਲੱਗ ਰਿਹਾ ਸੀ ਕਿ ਉਹ ਮੈਨੂੰ ਮਾਰ ਦੇਣਗੇ, ਪਰ ਮੈਂ ਚੁੱਪ ਦੇਖ ਕੇ ਹੈਰਾਨ ਰਹਿ ਗਈ। ਮੇਰੇ ਸਹੁਰਾ ਜੀ ਬਹੁਤ ਚੰਗੇ ਇਨਸਾਨ ਸਨ ਅਤੇ ਮੰਦਰ ਦੇ ਪੁਜਾਰੀ ਵੀ ਸਨ। ਉਹਨਾਂ ਨੂੰ ਸਾਰੀ ਗੱਲ ਦੱਸੀ ਅਤੇ ਇਸ ਮਾਮਲੇ ਦਾ ਕੋਈ ਹੱਲ ਕੱਢਣ ਲਈ ਕਿਹਾ ਕਿਉਂਕਿ ਪਿਓ ਪੁੱਤਰ ਵਿੱਚ ਕਾਫੀ ਦੇਰ ਤੱਕ ਝਗੜਾ ਹੁੰਦਾ ਰਿਹਾ। ਪੁੱਤਰ ਗੁੱਸੇ ਨਾਲ ਪਾਗਲ ਹੋ ਰਿਹਾ ਸੀ। ਮੈਨੂੰ ਤਲਾਕ ਦੇ ਕੇ ਵਾਪਸ ਜਾਣਾ ਚਾਹੁੰਦਾ ਸੀ, ਪਰ ਪਿਤਾ ਚਾਹੁੰਦੇ ਸਨ ਕਿ ਜੇਕਰ ਅਸੀਂ ਰਿਸ਼ਤਾ ਖਤਮ ਕਰ ਦਿੱਤਾ ਤਾਂ ਦੋਹੇ ਧਿਰਾਂ ਵਿੱਚ ਸਾਡੀ ਬਦਨਾਮੀ ਹੋ ਜਾਵੇਗੀ। ਲੋਕ ਕੀ ਕਹਿਣਗੇ? ਵਿਆਹ ਦੇ ਅਗਲੇ ਦਿਨ ਤਲਾਕ ਹੋ ਗਿਆ। ਆਖਰ ਕਾਫੀ ਦੇਰ ਬਾਅਦ ਸਾਰਿਆਂ ਨੂੰ ਤਸੱਲੀ ਹੋਈ ਕਿ ਰਮਨ ਤਲਾਕ ਦੇ ਦੇਵੇਗਾ ਕਿਉਂਕਿ ਉਹ ਹੁਣ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਸੀ।
ਪਰ ਮੇਰੇ ਸਹੁਰੇ ਨੇ ਬੜੀ ਮੁਸ਼ਕਿਲ ਨਾਲ ਰਮਨ ਨੂੰ ਜਸ਼ਨ ਨਾਲ ਵਿਆਹ ਕਰਵਾਉਣ ਲਈ ਮਨਾ ਲਿਆ ਅਤੇ ਮੈਂ ਮਨ ਹੀ ਮਨ ਰੱਬ ਅੱਗੇ ਅਰਦਾਸ ਕੀਤੀ। ਮੈਂ ਜੋ ਸੋਚਿਆ ਉਹੀ ਹੋਇਆ। ਮੈਂ ਰੱਬ ਅੱਗੇ ਬਹੁਤ ਪ੍ਰਾਰਥਨਾ ਕੀਤੀ, ਰੱਬ ਨੇ ਸਾਡੀ ਇੱਜ਼ਤ ਬਚਾਈ। ਫਿਰ ਮੇਰੇ ਸਹੁਰੇ ਨੇ ਜਸ਼ਨ ਅਤੇ ਰਮਨ ਦਾ ਇੱਥੇ ਹੀ ਵਿਆਹ ਕਰਵਾ ਦਿੱਤਾ। ਉਸ ਸਮੇਂ ਪਰ ਮੈਨੂੰ ਆਪਣੀ ਭੈਣ ਦੇ ਕੀਤੇ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਸੀ, ਜਦੋਂ ਕਿ ਹਰ ਕੋਈ ਇਹ ਸੋਚ ਰਿਹਾ ਸੀ ਜਸ਼ਨ ਪਹਿਲੀ ਰਾਤ ਵੀ ਰਮਨ ਦੇ ਨਾਲ ਸੀ। ਹੁਣ ਤਾਂ ਦੁਨੀਆ ਨੂੰ ਇਹ ਦੱਸਣਾ ਪਿਆ ਕਿ ਰਮਨ ਦਾ ਵਿਆਹ ਜਸ਼ਨ ਨਾਲ ਹੋਇਆ ਸੀ, ਕਿਉਂਕਿ ਮਨਪ੍ਰੀਤ ਦੇ ਵਿਆਹ ਦੇ ਸਮੇਂ ਮਨਾ ਕਰ ਦਿੱਤਾ ਸੀ। ਮੇਰੀ ਭੈਣ ਜਸ਼ਨ ਮੈਨੂੰ ਬਾਰ-ਬਾਰ ਦੇਖ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਬੇਕਸੂਰ ਹੋਣ ਦੇ ਬਾਵਜੂਦ ਉਸ ਦੀ ਭੈਣ ਸਾਰਿਆਂ ਦੀਆਂ ਨਜ਼ਰਾਂ ਵਿੱਚ ਅਪਰਾਧੀ ਬਣ ਗਈ। ਉਹ ਨਿਰਦੋਸ਼ ਸੀ, ਪਰ ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਇਸ਼ਾਰੇ ਕਰਦੀ ਰਹੀ ਅਤੇ ਇਹ ਸਾਡੇ ਸਾਰਿਆਂ ਦੇ ਭਲੇ ਲਈ ਸੀ ਅਤੇ ਉਹ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੀ ਸੀ। ਮੈਨੂੰ ਹਮੇਸ਼ਾ ਅਜਿਹੀਆਂ ਕੁੜੀਆਂ ਤੋਂ ਸਖਤ ਨਫ਼ਰਤ ਸੀ ਜੋ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਆਪਣੇ ਪੈਰਾਂ ਹੇਠਾਂ ਰੋਲ ਦਿੰਦੀਆਂ ਸਨ, ਜੋ ਪਿਆਰ ਦੇ ਨਾਮ ਤੇ ਘਰੋਂ ਭੱਜ ਜਾਂਦੀਆਂ ਹਨ। ਪਰ ਮੈਂ ਉਹ ਬਦਕਿਸਮਤ ਲਾੜੀ ਸੀ ਜੋ ਇੱਕ ਰਾਤ ਵਿੱਚ ਵਿਆਹ ਤੇ ਦੂਜੇ ਦਿਨ ਤਲਾਕ ਤੱਕ ਚਲੀ ਗਈ ਸੀ। ਮੇਰੇ ਸਾਰੇ ਸੁਪਨੇ ਅਤੇ ਇੱਛਾਵਾਂ ਟੁਕੜੇ-ਟੁਕੜੇ ਹੋ ਗਏ। ਮੈਨੂੰ ਪਤਾ ਸੀ ਕਿ ਮੰਮੀ ਡੈਡੀ ਹੁਣ ਮੇਰੀ ਪਰਵਾਹ ਨਹੀਂ ਕਰਦੇ। ਉਹ ਸ਼ਾਇਦ ਮੈਨੂੰ ਜਿੰਦਾ ਦਫਨ ਕਰ ਦੇਣਗੇ, ਕਿਉਂਕਿ ਉਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਹੀ ਦੋਸ਼ੀ ਸੀ। ਮੈਂ ਉਹਨਾਂ ਨੂੰ ਆਪਣੇ ਸਹੁਰਿਆਂ ਸਾਹਮਣੇ ਸ਼ਰਮਿੰਦਾ ਕੀਤਾ ਸੀ। ਮੇਰੇ ਕਾਰਨ ਉਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਪਰ ਮੈਂ ਚੁੱਪ ਰਹੀ। ਇਸ ਲਈ ਇਹ ਸ਼ਰਮ ਉਸ ਬਦਨਾਮੀ ਨਾਲੋਂ ਕਈ ਗੁਣਾ ਚੰਗੀ ਸੀ ਜੋ ਜਸ਼ਨ ਸਾਡੇ ਸਾਰਿਆਂ ਦੀ ਕਰਵਾਉਣ ਵਾਲੀ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੇਰੇ ਮਾਤਾ ਪਿਤਾ ਦੋਵੇਂ ਬਿਲਕੁਲ ਚੁੱਪ ਹੋ ਗਏ। ਮੰਮੀ ਮੇਰੇ ਵੱਲ ਦੇਖਦੀ ਰਹੀ ਅਤੇ ਮੇਰੇ ਵੱਲ ਅੱਗੇ ਵੱਧ ਕੇ ਮੇਰੀਆਂ ਗੱਲਾਂ ਨੂੰ ਪਿਆਰ ਨਾਲ ਸੰਭਾਲਣ ਲੱਗੀ। ਬੋਲੀ, ਮੇਰੇ ਬੱਚੇ, ਇੰਨਾ ਵੱਡਾ ਝੂਠ ਬੋਲਣ ਦਾ ਕੀ ਕਾਰਨ ਸੀ? ਤੂੰ ਇੰਨਾ ਵੱਡਾ ਕਦਮ ਕਿਉਂ ਚੁੱਕਿਆ? ਤੁਹਾਨੂੰ ਅਜਿਹਾ ਕਰਨ ਲਈ ਕਿਸ ਨੇ ਮਜਬੂਰ ਕੀਤਾ? ਮਨਪ੍ਰੀਤ, ਤੂੰ ਸਾਡੇ ਸਾਰਿਆਂ ਤੋਂ ਕੁਝ ਨਹੀਂ ਲੁਕੋ ਸਕਦੀ। ਅਸੀਂ ਗਵਾਹ ਹਾਂ ਕਿ ਕੱਲ ਅਸੀਂ ਆਪਣੇ ਹੱਥਾਂ ਨਾਲ ਤੁਹਾਨੂੰ ਅਲਵਿਦਾ ਕਰ ਦਿੱਤਾ ਸੀ ਅਤੇ ਕੱਲ ਸਾਰਾ ਦਿਨ ਇਹ ਤੁਸੀਂ ਨਹੀਂ ਸੀ। ਮਾਂ ਕਹਿਣ ਲੱਗੀ, ਮੈਂ ਆਪਣੀ ਧੀ ਮਨਪ੍ਰੀਤ ਨੂੰ ਜਾਣਦੀ ਹਾਂ। ਤੁਸੀਂ ਬੁੱਧੀਮਾਨ ਹੋ ਅਤੇ ਅਜਿਹਾ ਨਹੀਂ ਕਰ ਸਕਦੇ। ਤੁਸੀਂ ਹਮੇਸ਼ਾ ਇੱਕ ਬੁੱਧੀਮਾਨ ਅਤੇ ਕਰਮਬੱਧ ਲੜਕੀ ਰਹੇ ਹੋ। ਮੰਮੀ ਮੈਨੂੰ ਪੁੱਛ ਰਹੀ ਸੀ ਤੇ ਬੋਲ ਰਹੀ ਸੀ। ਮੈਂ ਭੁੱਲ ਗਈ ਸੀ ਕਿ ਕੱਲ ਸਾਰਾ ਦਿਨ ਮੰਮੀ ਡੈਡੀ ਨੇ ਆਪਣੀਆਂ ਅੱਖਾਂ ਸਾਹਮਣੇ ਜਸ਼ਨ ਨੂੰ ਦੇਖਿਆ ਸੀ। ਸਵੇਰ ਤੱਕ ਵੀ ਜਸ਼ਨ ਉਹਨਾਂ ਦੇ ਨਾਲ ਸੀ। ਮੰਮੀ ਡੈਡੀ ਨੂੰ ਤੂਫਾਨ ਬਾਰੇ ਪਹਿਲਾਂ ਹੀ ਪਤਾ ਸੀ, ਇਸ ਲਈ ਉਹਨਾਂ ਤੋਂ ਸਾਰਾ ਸੱਚ ਛੁਪਾਉਣਾ ਸਰਾਸਰ ਮੂਰਖਤਾ ਸੀ ਅਤੇ ਮੇਰੀ ਮਾਨਸਿਕ ਹਾਲਤ ਵੀ ਠੀਕ ਨਹੀਂ ਸੀ। ਇਹ ਹੋਇਆ ਕਿ ਮੈਂ ਆਪਣੇ ਮਾਪਿਆਂ ਦੀ ਉਦਾਸੀਨਤਾ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਮੈਂ ਸੋਚਿਆ ਕਿ ਬਹੁਤ ਮਜ਼ਬੂਤ ਕੁੜੀ ਹਾਂ, ਪਰ ਇਹ ਪੂਰੀ ਤਰ੍ਹਾਂ ਮੇਰੀ ਗਲਤੀ ਸੀ। ਮੈਂ ਭਾਵੁਕ ਸੀ। ਮੈਂ ਆਪਣੇ ਪਿਤਾ ਅਤੇ ਮਾਤਾ ਜੀ ਨੂੰ ਸਭ ਕੁਝ ਦੱਸ ਦਿੱਤਾ। ਜਸ਼ਨ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਅਤੇ ਇਹ ਉਸ ਦੇ ਪੇਟ ਕਾਰਨ ਹੋਈ ਸੀ। ਉਸ ਦੇ ਪੇਟ ਵਿੱਚ ਕਿਸੇ ਦਾ ਪਾਪ ਵੱਧ ਰਿਹਾ ਸੀ। ਇਹ ਹਜੇ ਸ਼ੁਰੂਆਤੀ ਦਿਨ ਸਨ, ਇਸ ਲਈ ਇਸ ਰਾਜ ਦਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਇਸ ਨੂੰ ਸੰਭਾਲ ਲਿਆ ਜਾਵੇ।
ਤੁਸੀਂ ਕਿਸੇ ਨੂੰ ਆਪਣਾ ਮੂੰਹ ਦਿਖਾਉਣ ਦੇ ਯੋਗ ਨਹੀਂ ਰਹੋਗੇ। ਮੈਨੂੰ ਇਹ ਕਦਮ ਤੁਹਾਡੇ ਪੁੱਛੇ ਬਿਨਾਂ ਚੁੱਕਣਾ ਪਿਆ। ਮੈਨੂੰ ਅੱਜ ਸਵੇਰੇ ਹੀ ਅਹਿਸਾਸ ਹੋਇਆ ਕਿ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਦੇ ਨਹੀਂ ਦੱਸ ਸਕਦੀ ਜੇਕਰ ਤੁਸੀਂ ਖੁਦ ਨੂੰ ਨਾ ਸਮਝਿਆ ਹੁੰਦਾ। ਮੇਰੀ ਗੱਲ ਪੂਰੀ ਕਰਨ ਤੋਂ ਬਾਅਦ ਮੈਂ ਫੁੱਟ ਫੁੱਟ ਕੇ ਰੋਣ ਲੱਗ ਪਈ ਅਤੇ ਮੇਰੇ ਨਾਲ ਮੇਰੇ ਮਾਤਾ ਪਿਤਾ ਵੀ ਰੋਣ ਲੱਗੇ। ਉਹਨਾਂ ਦੇ ਰੋਣ ਦੇ ਕਈ ਕਾਰਨ ਸੀ। ਇੱਕ ਧੀ ਦਾ ਵਿਆਹ, ਅਗਲੇ ਦਿਨ ਤਲਾਕ ਲੈਣ ਦਾ ਦੁੱਖ, ਦੂਜੀ ਧੀ ਵੱਲੋਂ ਇੰਨੇ ਵੱਡੇ ਪਾਪ ਦਾ ਦੁੱਖ, ਬਦਨਾਮੀ। ਉਹਨਾਂ ਨੂੰ ਆਪਣੀ ਪਰਵਰਿਸ਼ ਤੇ ਬਹੁਤ ਮਾਣ ਸੀ। ਅੱਜ ਉਹ ਦੋਵੇਂ ਆਪਣੇ ਪਾਲਣ ਪੋਸ਼ਣ ਵਿਚਲੀਆਂ ਕਮੀਆਂ ਬਾਰੇ ਘੰਟਿਆਂ ਤੱਕ ਸੋਚਦੇ ਰਹੇ ਅਤੇ ਰੋਂਦੇ ਰਹੇ। ਅਸੀਂ ਕੀ ਗਲਤੀ ਕੀਤੀ ਹੈ? ਅਸੀਂ ਕਿੱਥੇ ਗਲਤੀ ਕੀਤੀ ਹੈ? ਦੋਵੇਂ ਆਪਣੇ ਆਪ ਨੂੰ ਦੋਸ਼ੀ ਸਮਝਦੇ ਰਹੇ। ਪਰ ਮੈਂ ਸੋਚਣ ਅਤੇ ਸਮਝਣ ਦੀ ਸਾਰੀ ਹਿੰਮਤ ਗਵਾ ਚੁੱਕੀ ਸੀ। ਉਹ ਸਾਰਾ ਦਿਨ ਮੈਂ ਖਾਲੀ ਅੱਖਾਂ ਨਾਲ ਛੱਤ ਵੱਲ ਤੱਕਦੀ ਰਹੀ। ਮੈਨੂੰ ਕੁਝ ਨਹੀਂ ਪਤਾ ਸੀ ਜਸ਼ਨ ਕਿਵੇਂ ਹੈ ਅਤੇ ਉਸ ਦੀ ਕੀ ਹਾਲਤ ਹੈ। ਰਮਨ ਨੇ ਉਸ ਨੂੰ ਆਪਣੇ ਪੇਕੇ ਘਰ ਆਉਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸੱਚਾਈ ਇਹ ਸੀ ਕਿ ਉਸ ਦੇ ਮਾਤਾ ਪਿਤਾ ਜਸ਼ਨ ਦਾ ਮੂੰਹ ਦੇਖਣਾ ਨਹੀਂ ਚਾਹੁੰਦੇ ਸਨ। ਪਰ ਵਿਆਹ ਤੋਂ ਬਾਅਦ ਰਮਨ ਦੇ ਮਾਪਿਆਂ ਨੇ ਮੇਰੀ ਮਾਂ ਨੂੰ ਦੱਸਿਆ ਕਿ ਜਸ਼ਨ ਨੇ ਆਪਣਾ ਬੱਚਾ ਗਵਾ ਦਿੱਤਾ ਹੈ। ਉਹ ਸੋਚ ਰਹੇ ਸਨ ਕਿ ਬੱਚਾ ਅਮਨ ਦਾ ਹੀ ਸੀ। ਉਹ ਲੋਕ ਅਸਲੀਅਤ ਤੋਂ ਅਣਜਾਣ ਸਨ। ਮੰਮੀ ਡੈਡੀ ਨੇ ਕਿਹਾ ਕਿ ਇਹ ਠੀਕ ਹੈ, ਬੱਚਾ ਨਿਬੜ ਗਿਆ। ਨਹੀਂ ਤਾਂ ਜੇ ਇਹ ਬੱਚਾ ਪੈਦਾ ਹੁੰਦਾ ਤਾਂ ਸਭ ਦੀਆਂ ਮੁਸ਼ਕਿਲਾਂ ਵੱਧ ਜਾਣੀਆਂ ਸਨ ਅਤੇ ਸਾਡੀ ਜ਼ਮੀਰ ਸਾਨੂੰ ਅੰਦਰੋਂ ਖਤਮ ਕਰ ਦਿੰਦੀ। ਕਿਸੇ ਦਾ ਜਾਇਜ਼ ਬੱਚਾ ਕਿਸੇ ਹੋਰ ਦੇ ਘਰ ਪੈਦਾ ਨਹੀਂ ਹੁੰਦਾ। ਹਰ ਚੀਜ਼ ਵਿੱਚ ਰੱਬ ਦੀ ਇੱਛਾ ਜ਼ਰੂਰ ਲੁਕੀ ਹੋਈ ਹੈ। ਮੈਂ ਬਹੁਤ ਬਿਮਾਰ ਹੋ ਗਈ। ਲੋਕ ਮੇਰੇ ਬਾਰੇ ਗੱਲਾਂ ਕਰਦੇ ਸਨ। ਵਿਆਹ ਸਮੇਂ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਛੋਟੀ ਭੈਣ ਦੀ ਬਲੀ ਦੇ ਦਿੱਤੀ। ਹਰ ਕੋਈ ਇਸ ਗੱਲ ਤੋਂ ਅਣਜਾਣ ਸੀ ਕਿ ਅਸਲ ਕੁਰਬਾਨੀ ਮੈਂ ਹੀ ਕਰੀ ਹੈ। ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਦਫਨ ਕਰ ਦਿੱਤਾ ਸੀ। ਮੇਰੇ ਮਾਤਾ ਪਿਤਾ ਹਮੇਸ਼ਾ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਮੇਰੇ ਪਿਤਾ ਨੇ ਸ਼ਹਿਰ ਦਾ ਘਰ ਛੱਡ ਦਿੱਤਾ। ਅਸੀਂ ਵਾਪਸ ਆਪਣੇ ਪਿੰਡ ਆ ਕੇ ਵਸ ਗਏ। ਉੱਥੇ ਹੀ ਮੇਰੇ ਪਿਤਾ ਜੀ ਨੇ ਮੇਰਾ ਦੂਰ ਦੁਰਾਡੇ ਪਿੰਡ ਵਿਆਹ ਕਰ ਦਿੱਤਾ। ਪਰ ਉਹ ਮੁੰਡਾ ਉਮਰ ਵਿੱਚ ਮੇਰੇ ਤੋਂ ਬਹੁਤ ਵੱਡਾ ਸੀ। ਮੈਂ ਆਪਣੇ ਮਾਤਾ ਪਿਤਾ ਦਾ ਆਦਰ ਕੀਤਾ, ਉਸ ਰਿਸ਼ਤੇ ਨੂੰ ਆਪਣੀ ਸਮਰੱਥਾ ਅਨੁਸਾਰ ਨਿਭਾਇਆ। ਪਰ ਮੈਂ ਕੀ ਕਰਾਂ, ਮੇਰੇ ਦਿਲ ਵਿੱਚ ਤਾਂ ਰਮਨ ਸੀ। ਮੈਨੂੰ ਇੱਕ ਰਾਤ ਵਿੱਚ ਹੀ ਰਮਨ ਨਾਲ ਪਿਆਰ ਹੋ ਗਿਆ ਸੀ। ਪਰ ਹੌਲੀ ਹੌਲੀ ਮੈਂ ਉਸ ਨੂੰ ਆਪਣੇ ਦਿਲ ਚੋਂ ਕੱਢ ਦਿੱਤਾ। ਮੇਰੇ ਦੂਜੇ ਪਤੀ ਦੇ ਬਿਹਤਰ ਹੋਣ ਦੇ ਨਾਤੇ ਮੈਂ ਉਸ ਦੀ ਇੱਜ਼ਤ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਉਸ ਕੋਸ਼ਿਸ਼ ਵਿੱਚ ਸਫਲ ਵੀ ਰਹੀ। ਸੂਰਜ ਬਹੁਤ ਚੰਗਾ ਇਨਸਾਨ ਸੀ। ਸਾਡੇ 2 ਬੱਚੇ ਵੀ ਸਨ। ਮੈਂ ਇਹ ਮਾੜੇ ਸਮੇਂ ਨੂੰ ਭੁੱਲਣਾ ਚਾਹੁੰਦੀ ਸੀ। ਪਰ ਮੈਨੂੰ ਆਪਣੀ ਭੈਣ ਜਸ਼ਨ ਦੀ ਬਹੁਤ ਯਾਦ ਆਉਂਦੀ ਸੀ। ਕੋਈ ਨਹੀਂ ਜਾਣਦਾ ਸੀ ਕਿ ਉਹ ਕਿਸ ਹਾਲਤ ਵਿੱਚ ਹੋਵੇਗੀ। ਰਮਨ ਦੇ ਪਿਤਾ ਵੀ ਬਹੁਤ ਚੰਗੇ ਇਨਸਾਨ ਸਨ। ਉਹ ਪਿਤਾ ਨਾਲ ਗੱਲ ਕਰ ਰਹੇ ਸੀ ਜੋ ਸਿਰਫ ਫੋਨ 'ਤੇ ਮੌਜੂਦ ਸੀ, ਕਿਉਂਕਿ ਰਮਨ ਨਹੀਂ ਚਾਹੁੰਦਾ ਸੀ ਕਿ ਅਸੀਂ ਉਸ ਨਾਲ ਗੱਲ ਕਰੀਏ ਜਾਂ ਕੋਈ ਰਿਸ਼ਤਾ ਰੱਖੀਏ। ਰਮਨ ਤੇ ਜਸ਼ਨ ਵੀ ਬਹੁਤ ਖੁਸ਼ ਸਨ। ਉਸ ਦੇ ਬੱਚੇ ਵੀ ਸਨ। ਸਮਾਂ ਆਪਣੇ ਆਪ ਨਾਲ ਕਈ ਅਜਿਹੀਆਂ ਕਹਾਣੀਆਂ ਲੈ ਕੇ ਆਉਂਦਾ ਹੈ ਅਤੇ ਅਜਿਹਾ ਸਮਾਂ ਵੀ ਆਉਂਦਾ ਹੈ ਜੋ ਇਹ ਸਭ ਅਤੀਤ ਦਾ ਹਿੱਸਾ ਬਣ ਜਾਂਦਾ ਹੈ ਅਤੇ ਇਹ ਸਭ ਬੀਤੇ ਕੱਲ੍ਹ ਬਣ ਜਾਂਦੇ ਹਨ। ਕਈ ਸਾਲਾਂ ਬਾਅਦ ਜਸ਼ਨ ਨੇ ਰਮਨ ਨੂੰ ਮਨਾ ਲਿਆ ਅਤੇ ਮੁੜ ਆਪਣੇ ਪੇਕੇ ਘਰ ਆਉਣ ਲੱਗੀ।
ਮੈਂ ਰਮਨ ਨੂੰ ਕਦੇ ਨਹੀਂ ਮਿਲੀ। ਹੁਣ ਮੈਂ ਉਸ ਦਾ ਸਾਹਮਣਾ ਵੀ ਨਹੀਂ ਕਰਨਾ ਚਾਹੁੰਦੀ ਸੀ। ਮੇਰੀ ਉਹਨਾਂ ਸਾਰੀਆਂ ਮਾਵਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਘਰ ਜਵਾਨ ਧੀਆਂ ਹਨ, ਆਪਣੀਆਂ ਧੀਆਂ ਤੇ ਬਹੁਤ ਨਿਗਰਾਨੀ ਰੱਖੋ। ਦੇਖੋ ਕਿ ਉਹ ਕਿਸ ਨਾਲ ਗੱਲਬਾਤ ਕਰ ਰਹੀਆਂ ਹਨ। ਆਪਣੇ ਬੱਚਿਆਂ ਤੇ ਭਰੋਸਾ ਕਰੋ, ਉਹਨਾਂ ਨੂੰ ਆਪਣੇ ਭਰੋਸੇ ਹੇਠਾਂ ਲਿਆਓ, ਉਹਨਾਂ ਦੇ ਦੋਸਤ ਬਣੋ ਤਾਂ ਕਿ ਉਹ ਗਲਤ ਰਾਸਤੇ ਤੇ ਨਾ ਤੁਰਨ। ਅਤੇ ਮੈਂ ਸਾਰੇ ਮੁੰਡਿਆਂ ਨੂੰ ਕਹਿਣਾ ਚਾਹੁੰਦੀ ਹਾਂ, ਕਦ ਤੱਕ ਪਿਆਰ ਦੇ ਨਾਮ ਤੇ ਮੂਰਖ ਬਣਾਉਂਦੇ ਰਹੋਗੇ। ਸਮਾਜ ਦੀਆਂ ਇਹਨਾਂ ਕੁੜੀਆਂ ਨੂੰ ਅਜਿਹੇ ਵਿਅਕਤੀ ਲਈ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣੇ ਚਾਹੀਦੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਹਰ ਕੁੜੀ ਦਾ ਭਲਾ ਹੋਵੇ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ। ਜੇਕਰ ਤੁਸੀਂ ਅਜੇ ਤੱਕ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਹਮੇਸ਼ਾ ਮੇਰੇ ਤੇ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦੋਸਤੋ।